ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਬੇਨਤੀ ਹੈ ਕਿ ਆਪ ਜੀ ਸੈਟਲ ਹੋ ਜਾਓ। ਤਦ ਤੱਕ ਅਸੀਂ ਮਹਾਰਾਜ ਦਾ ਸ਼ੁਕਰਾਨਾ ਕਰ ਲੈਂਦੇ ਹਾਂ। ਤਦ ਤੱਕ ਸਾਡੇ ਨਾਲ ਬਾਕੀ ਸੰਗਤ ਵੀ ਜੁੜ ਜਾਏਗੀ। ਫਿਰ ਅਸੀਂ ਅੱਜ ਦੀ ਇਹ ਜਮਾਤ ਨੂੰ ਸ਼ੁਰੂ ਕਰਾਂਗੇ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਤੱਕ ਦੀ ਕਲਾਸ ਦੇ ਵਿੱਚ ਅਸੀਂ ਆਪਣੀ 35 ਅੱਖਰੀ ਸਿੱਖ ਲਈ, ਲਗਾ ਅੱਖਰ ਸਿੱਖ ਲਏ, ਲਗਾ ਮਾਤਰਾਵਾਂ ਸਿੱਖ ਲਈਆਂ, ਦੁੱਤ ਅੱਖਰ ਸਿੱਖ ਲਏ ਤੇ ਅਸੀਂ ਫਿਰ 35 ਅੱਖਰੀ ਲਿਖੀ ਤੇ ਉਸ ਤੋਂ ਬਾਅਦ ਅਸੀਂ ਮੂਲ ਮੰਤਰ ਵੀ ਲਿਖਣ ਦੀ ਕੋਸ਼ਿਸ਼ ਕੀਤੀ ਜਿੰਨਾ ਸਾਡੇ ਕੋਲ ਪਾਤਸ਼ਾਹ ਨੇ ਸੇਵਾ ਲਈ। ਹੁਣ ਅਸੀਂ ਨੈਕਸਟ ਪੈਰਾਗ੍ਰਾਫ ਸ਼ੁਰੂ ਕੀਤਾ ਸੀ ਤੇ ਇਸ ਦੇ ਵਿੱਚ ਅਸੀਂ ਇਹ ਪੈਰਾਗ੍ਰਾਫ ਲਿਖ ਰਹੇ ਸੀ ਜਿਸ ਵਿੱਚ ਪੂਰੀ 35 ਆਉਂਦੀ ਹੈ ਤੇ ਸਾਰੀਆਂ ਲਗਾ ਮਾਤਰਾਵਾਂ ਇਸ ਵਿੱਚ ਆਉਂਦੀਆਂ ਹਨ। ਅਸੀਂ ਇੱਥੇ ਤੱਕ ਲਿਖ ਲਿਆ ਸੀ ਤਾਂ ਉਹਨਾਂ ਦੀ 68। ਹੁਣ ਅਸੀਂ ਅੱਗੇ ਲਿਖਾਂਗੇ। ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਆਪਣੇ ਕਲਮ ਜਾਂ ਪੈਨ ਪੈਨਸਿਲ ਜਿਸ ਕੋਲ ਹੈ ਉਹ ਰੈਡੀ ਕਰ ਲਓ। ਫਿਰ ਤੁਸੀਂ ਹੈਂਡ ਰੇਜ਼ ਕਰ ਦਿਓ ਤੇ ਫਿਰ ਅਸੀਂ ਲਿਖਣਾ ਸਟਾਰਟ ਕਰਦੇ ਹਾਂ ਤਾਂ ਕਿ ਅੱਜ ਵੀ ਅਸੀਂ ਸਾਰੇ ਇਕੱਠੇ ਮਿਲ ਕੇ ਆਪਣੀ ਕਲਾਸ ਕੰਟੀਨਿਊ ਕਰੀਏ। ਇੱਥੇ ਤੱਕ ਅਸੀਂ ਲਿਖਿਆ ਸੀ ਤਾਂ ਉਹਨਾਂ ਦੀ 68। ਠੀਕ ਹੈ, ਹੁਣ ਅਸੀਂ ਅੱਗੇ ਲਿਖਣਾ ਸ਼ੁਰੂ ਕਰਦੇ ਹਾਂ। ਤਾਂ ਉਹਨਾਂ ਦੀ 68 ਵੇਖ। ਵੇਖ ਵਿੱਚ ਵਾਵਾ ਪਹਿਲੀ ਮੁਹਾਰ ਦੇ ਵਾਂਗ ਹੀ ਬਣਾਉਣਾ ਹੈ। ਤਾਂ ਉਹਨਾਂ ਦੀ 68 ਵੇਖ। ਪਹਿਲਾਂ ਪਹਿਲੀ ਮੁਹਾਰ ਫਿਰ ਪੱਪੇ ਵਾਲੀ ਮੁਹਾਰ ਦੇ ਨਾਲ ਕੱਖਾ। ਹਾਂਜੀ, ਇਸ ਤੱਕ ਲਿਖ ਲਿਆ। ਅਗਰ ਕਿਸੇ ਨੂੰ ਇਸ ਮੁਹਾਰ ਵਿੱਚ ਕੋਈ ਪ੍ਰੋਬਲਮ ਹੈ ਤਾਂ ਪੁੱਛ ਸਕਦੇ ਹਨ ਜੀ। ਜੇ ਹੋ ਗਿਆ ਤੁਸੀਂ ਆਪਣੇ ਹੈਂਡ ਰੇਜ਼ ਕਰ ਦਿਓ ਤੇ ਇੱਕ ਵਾਰ ਜਦੋਂ ਸਾਡਾ ਬਣ ਗਿਆ ਕਿ ਅਸੀਂ ਇਕੱਠੇ ਲਿਖਣਾ ਸ਼ੁਰੂ ਕਰ ਦਿੱਤਾ, ਸਾਡੀ ਸਪੀਡ ਇੱਕੋ ਹੋ ਗਈ, ਫਿਰ ਸਾਨੂੰ ਹੈਂਡ ਰੇਜ਼ ਕਰਨ ਦੀ ਜ਼ਰੂਰਤ ਨਹੀਂ ਪਏਗੀ, ਫਿਰ ਅਸੀਂ ਆਪਣੇ ਆਪ ਹੀ ਲਿਖਦੇ ਰਵਾਂਗੇ। ਠੀਕ ਹੈ। 68 ਵੇਖ ਬੁੱਢੇ। ਬੱਬਾ ਔਂਕੜ ਢੱਡਾ ਅੱਧਕ ਅਸੀਂ ਬੱਬੇ ਦੇ ਉੱਪਰ ਲਗਾਉਣਾ ਤੇ ਫਿਰ ਡੱਡੇ ਦੇ ਉੱਪਰ ਲਾ। ਇਹ ਘੁੰਮੀ ਹੋਈ ਹੋਣੀ ਚਾਹੀਦੀ ਹੈ ਤੇ ਇਹ ਦੋਨੋਂ ਆਪਸ ਵਿੱਚ ਜੁੜਨੀਆਂ ਨਹੀਂ ਚਾਹੀਦੀਆਂ, ਅੱਧਕ ਤੇ ਲਾ। ਨਹੀਂ ਤਾਂ ਸਾਨੂੰ ਪਤਾ ਨਹੀਂ ਲੱਗੇਗਾ ਕਿ ਮਾਤਰਾ ਕਿੱਥੇ ਹੁੰਦੀ ਹੈ। ਹਰ ਮਾਤਰਾ ਅਲੱਗ-ਅਲੱਗ ਦਿਖਣੀ ਚਾਹੀਦੀ ਹੈ ਕਲੀਅਰਲੀ ਹਰ ਅੱਖਰ ਦੇ ਵਿੱਚ। ਤਾਂ ਉਹਨਾਂ ਦੀ 68 ਵੇਖ ਬੁੱਢੇ ਤੇ ਅਗਲਾ ਵਰਡ ਥੋੜਾ ਵੱਡਾ ਹੈ, ਇਸ ਕਰਕੇ ਪਹਿਲਾਂ ਤੁਸੀਂ ਦੱਸੋ ਤੁਸੀਂ ਤੇ ਤੱਕ ਲਿਖ ਲਿਆ? ਸਾਰਿਆਂ ਨੇ ਲਿਖ ਲਿਆ ਤਾਂ ਹੈਂਡ ਰੇਜ਼ ਕਰ ਦਿਓ, ਫਿਰ ਅਸੀਂ ਅੱਗੇ ਚੱਲਦੇ ਹਾਂ।
हाँ जी, बुढ़े ते न्याणे। ਹੁਣ ਉਸ ਵਾਸਤੇ ਅਸੀਂ ਦੇਖੋ ਹਰ ਥਾਂ ਸਿਹਾਰੀ ਬਿਹਾਰੀ ਇੱਕੋ ਤਰੀਕੇ ਦੀ ਪਾਈ ਹੈ। ਇਹ ਫਿਰ ਅਸੀਂ ਕੁਝ ਮੇਨ ਗੱਲਾਂ ਲਿਖਣਾ ਹੈ, ਸਾਨੂੰ ਸਾਰੇ ਪੈਰੇ ਫੋਲੋ ਕਰਨੀ ਹੈ। ਇੱਕ ਤਾਂ ਹੈ ਸਿਹਾਰੀ ਜੋ ਕਿ ਸਟ੍ਰੇਟ ਲੈ ਕੇ ਜਾਣੀ ਹੈ ਉੱਪਰ। ਬਿਹਾਰੀ ਜਦੋਂ ਬਣਾਵਾਂਗੇ ਉਹ ਵੀ ਬਿਲਕੁਲ ਸਟ੍ਰੇਟ ਉੱਪਰ ਨੂੰ ਲੈ ਕੇ ਜਾਣੀ ਹੈ ਤੇ ਫਿਰ ਘੁਮਾ ਲੈਣਾ। ਠੀਕ ਹੈ, ਇਹ ਸੀਗਾ ਕਿ ਜਦੋਂ ਅਸੀਂ ਆਹ ਚੀਜ਼ ਜਿਹੜੀ ਹੈ ਸਟ੍ਰੇਟ ਰੱਖੀ ਹੋਈ ਹੈ। ਅਗਰ ਅਸੀਂ ਇਹਨੂੰ ਗੋਲੀਆਂ ਰੱਖਿਆ ਹੋਇਆ ਤਾਂ ਤੁਹਾਡੀ ਸਿਹਾਰੀ ਬਿਹਾਰੀ ਇਸ ਤਰ੍ਹਾਂ ਬਣਦੀ ਹੋਏਗੀ। ਸਿਹਾਰੀ ਤੇ ਬਿਹਾਰੀ, ਉਦੋਂ ਆਹ ਚੀਜ਼ ਗੋਲੀਆਂ ਹੈ। ਉਹਨਾਂ ਦੀ ਇਹ ਠਾਠ ਵੇਖ ਬੁੱਢੇ ਤੇ ਇਆਣੇ। ਪਹਿਲੀ ਮੁਹਾਰ ਦੇ ਨਾਲ ਅਸੀਂ ਪਹਿਲਾਂ ਟੈਂਕਾ ਬਣਾਇਆ ਸੀ ਤੇ ਫਿਰ ਈੜੀ ਬਣਾਈ ਸੀ ਜਿਸ ਵਿੱਚ ਇਸ ਨੂੰ ਗੋਲ ਰੱਖਿਆ ਸੀ ਤੇ ਫਿਰ ਉੱਪਰ ਟਿੱਪੀ। ਹਾਂਜੀ, ਕਈਆਂ ਦਾ ਮੈਸੇਜ ਆ ਰਿਹਾ ਹੈ ਕਿ ਉਹਨਾਂ ਨੂੰ ਆਡੀਬਲ ਨਹੀਂ ਹੈ। ਸੰਗਤ ਜੀ ਆਪ ਜੀ ਦੱਸੋ ਕਿ ਬਾਕੀ ਸਾਰਿਆਂ ਨੂੰ ਆਡੀਬਲ ਹੈ ਕਿ ਨਹੀਂ। ਹੋਰ ਤਾਂ ਨਹੀਂ ਕਿਸੇ ਨੂੰ ਪ੍ਰੋਬਲਮ ਆ ਰਹੀ ਜਾਂ ਤਾਂ ਕਲੈਰਿਟੀ ਦੇਖਣ ਦੇ ਵਿੱਚ ਵੀਡੀਓ ਜਾਂ ਆਡੀਓ ਦੇ ਵਿੱਚ। ਠੀਕ ਹੈ, ਬਾਕੀ ਸੰਗਤ ਨੂੰ ਕਲੀਅਰ ਹੈ। ਜਿਨ੍ਹਾਂ ਨੂੰ ਨਹੀਂ ਆਵਾਜ਼ ਕਲੀਅਰ ਆ ਰਹੀ ਉਹ ਤਾਂ ਇਸ ਚੀਜ਼ ਦਾ ਧਿਆਨ ਦੇ ਦੇਣ ਕਿ ਅਸੀਂ ਬੇਸਿਕ ਹੀ ਕਰ ਰਹੇ ਹਾਂ। ਬਾਕੀ ਹਰ ਚੀਜ਼ ਬੋਰਡ ਦੇ ਨਾਲ ਨਾਲ ਲਿਖ ਰਹੇ ਹਾਂ ਤਾਂ ਕਿ ਅਗਰ ਕਿਸੇ ਨੂੰ ਦਿੱਕਤ ਆ ਰਹੀ ਹੈ ਤਾਂ ਉਹ ਨਾਲ ਦੇ ਨਾਲ ਕਲੈਰੀਫਾਈ ਹੁੰਦੀ ਰਹੇ। ਤੇ ਹਰ ਅੱਖਰ ਜ਼ੂਮ ਕਰਕੇ ਵੀ ਦਿਖਾ ਰਹੇ ਹਾਂ। ਹਾਂਜੀ, ਇੱਥੇ ਤੱਕ ਲਿਖ ਲਿਆ ਤਾਂ ਆਪਣੇ ਹੈਂਡ ਰਾਈਜ਼ ਕਰ ਦਿਓ, ਫਿਰ ਅਸੀਂ ਅੱਗੇ ਚੱਲਦੇ ਹਾਂ। ਕਿਉਂਕਿ ਅਗਲਾ ਅੱਖਰ ਉਹ ਹੈ ਜਿਸ ਵਿੱਚ ਜ਼ਿਆਦਾ ਬੱਚਿਆਂ ਨੂੰ ਦਿੱਕਤ ਆਉਂਦੀ ਹੈ। ਇਸ ਤੱਕ ਲਿਖ ਲਿਆ ਤਾਂ ਹੈਂਡ ਰਾਈਜ਼ ਕਰ ਦਿਓ ਕਿ ਸਾਡਾ ਹੋ ਗਿਆ। ਹਾਂਜੀ, ਬੁੱਢੇ ਤੇ ਨਿਆਣੇ। ਅਗਲਾ ਅੱਖਰ ਹੈ ਝੱਟ, ਝੱਜਾ। ਝੱਜੇ ਵਾਸਤੇ ਅਸੀਂ ਇਹ ਵਾਲੀ ਮੁਹਾਰ ਸਿੱਖੀ ਸੀ। ਇਸ ਤੋਂ ਅਸੀਂ ਦੋ ਅੱਖਰ ਬਣਾਏ ਸੀ ਲੱਲਾ ਤੇ ਝੱਜਾ। ਇੱਥੋਂ ਅਸੀਂ ਹੁਣ ਬਣਾਵਾਂਗੇ ਝੱਜਾ। ਪਹਿਲਾਂ ਹੀ ਮੁਹਾਰ ਬਣਾ ਕੇ ਥੱਲੇ ਕੱਕਾ ਬਣਾ ਦੇ। ਕਈ ਇਸ ਤਰ੍ਹਾਂ ਕਰ ਰਹੇ ਸਨ, ਇੱਕ ਗਲਤ ਲਿਖਿਆ ਤੇ ਇਸ ਤਰ੍ਹਾਂ ਕਰ ਰਹੇ ਸਨ ਕਿ ਇਸ ਤਰ੍ਹਾਂ ਕਰਕੇ ਉਸ ਤੋਂ ਬਾਅਦ ਵਿੱਚੋਂ ਕੱਟ ਕੇ ਝੱਜਾ ਲਿਖ ਰਹੇ ਸਨ, ਜੋ ਗਲਤ ਹੈ। ਝੱਜੇ ਦੀ ਫਾਰਮੇਸ਼ਨ ਉਸ ਤਰ੍ਹਾਂ ਹੀ ਹੋਏਗੀ ਜਿਸ ਤਰ੍ਹਾਂ ਆਪਾਂ ਸਿੱਖਿਆ ਸੀ। ਇਸ ਨੂੰ ਥੱਲੋਂ ਦੀ ਲੈ ਕੇ ਆਣਾ ਹੈ। ਇਹ ਹੈ ਝੱਜਾ ਦੀ ਫਾਰਮੇਸ਼ਨ। ਬੁੱਢੇ ਤੇ ਯਾਣੇ ਅੱਗੇ ਲਿਖਣਾ ਸੀ ਝੱਟ। ਪਹਿਲੀ ਮੁਹਾਰ ਦੇ ਨਾਲ ਅਸੀਂ ਸਿੱਖਿਆ ਸੀ ਟੈਂਕਾ ਬਣਾਉਣਾ। ਬੁੱਢੇ ਤੇ ਯਾਣੇ ਝੱਟ, ਅੱਗੇ ਹੈ ਲਿਫਟ ਕੇ। ਇਹੀ ਮੁਹਾਰ ਤੋਂ ਅਸੀਂ ਲੱਲਾ ਬਣਾਇਆ ਸੀ ਤੇ ਝੱਜਾ ਬਣਾਇਆ ਸੀ। ਝੱਜਾ ਅਸੀਂ ਹੁਣੇ ਬਣਾਇਆ ਤੇ ਲੱਲਾ। ਫਿਰ ਪਹਿਲੀ ਮੁਹਾਰ ਦੇ ਨਾਲ ਫੱਫਾ।
ਹੁਣ ਸਾਨੂੰ ਆਦਤ ਪਈ ਹੋਈ ਹੈ ਫੱਫਾ ਅਸੀਂ ਹਮੇਸ਼ਾ ਇਸ ਤਰ੍ਹਾਂ ਬਣਾ ਦਿੰਦੇ ਹਾਂ। ਇਹ ਵਾਲੀ ਨਹੀਂ ਫੋਲੋ ਕਰਨੀ। ਅਸੀਂ ਇਹਨੂੰ ਮੁਹਾਰ ਦੇ ਨਾਲ ਬਣਾਉਣਾ ਹੈ। ਇਹ ਛੋਟੀ-ਛੋਟੀ ਚੀਜ਼ਾਂ ਹੈ ਜਿਸ ਨਾਲ ਸਾਡੇ ਸਾਰੇ ਅੱਖਰ ਇਕਸਾਰ ਲੱਗਣਗੇ। ਇਸ ਤਰ੍ਹਾਂ ਬਣਾਉਣਾ ਹੈ ਫੱਫਾ। ਤੇ ਕੱਕਾ। ਕੱਕੇ ਵਾਸਤੇ ਥੱਲੇ ਲੈ ਕੇ ਜਾਣਾ ਹੈ, ਫਿਰ ਉੱਪਰ ਲਿਆ ਕੇ ਤੇ ਹਲਕਾ ਜਿਹਾ ਇਸ ਤਰ੍ਹਾਂ ਉੱਪਰ ਨੂੰ ਕਰ ਦੇਣਾ। ਝੱਟ ਲਿਫ ਕੇ। ਹਾਂਜੀ, ਇੱਥੇ ਤੱਕ ਕਿਸੇ ਨੂੰ ਕੋਈ ਅੱਖਰ ਲਿਖਣ 'ਚ ਪ੍ਰੋਬਲਮ ਆ ਰਹੀ ਹੋਏ ਤਾਂ ਉਹ ਪੁੱਛ ਸਕਦੇ ਹਨ ਜੀ। ਅਗਰ ਲਿਖ ਲਿਆ ਤਾਂ ਫਿਰ ਸਾਨੂੰ ਦੱਸੋ, ਅਸੀਂ ਅੱਗੇ ਚਲਦੇ ਹਾਂ। ਇਹ ਠਾਠ ਵੇਗ। ਆਪ ਜੀ ਨੂੰ ਇਸਦਾ ਮਤਲਬ ਪਤਾ ਲੱਗੇਗਾ। ਮੈਂ ਚਾਹੁੰਦੀ ਹਾਂ ਕਿ ਇੱਕ ਵਾਰ ਇਹ ਪੈਰਾ ਇੱਕ ਲਾਈਨ ਰਹਿ ਗਈ ਹੈ ਉਹ ਖਤਮ ਹੋਏ, ਫਿਰ ਆਪ ਜੀ ਇਹਨੂੰ ਗੈਸ ਕਰੋ ਕਿ ਇਸਦਾ ਮਤਲਬ ਕੀ ਹੋਏਗਾ। ਕਿਉਂਕਿ ਅਸੀਂ ਇੰਨੀ ਇੰਗਲਿਸ਼ ਬੋਲਣ ਲੱਗ ਪਏ ਹਾਂ, ਸਾਨੂੰ ਕੁਝ ਬੇਸਿਕ ਅੱਖਰ ਦੇ ਮਤਲਬ ਵੀ ਨਹੀਂ ਆ ਰਹੇ। ਇੱਕ ਵਾਰੀ ਇਹ ਲਾਈਨ ਫਿਨਿਸ਼ ਹੋ ਲੈਣ ਦਿਓ। ਉਸ ਤੋਂ ਬਾਅਦ ਆਪ ਜੀ ਦੱਸਣਾ ਕਿ ਤੁਹਾਨੂੰ ਉਸ ਤੋਂ ਕੀ ਲੱਗਦਾ ਕਿ ਇਸਦਾ ਮਤਲਬ ਕੀ ਹੋਏਗਾ, ਤੇ ਫਿਰ ਅਸੀਂ ਜ਼ਰੂਰ ਡਿਸਕਸ ਕਰਕੇ ਇਸਦਾ ਮਤਲਬ ਤੁਹਾਨੂੰ ਦੱਸਣਾ। इस तक लिख लिया तो आप जी हैंड रेस कर दो। हाँ जी, बाकी संगत ਨੂੰ ਵੀ ਬੇਨਤੀ ਹੈ ਜਿਹੜੇ ਹੈਂਡ ਰੇਸ ਨਹੀਂ ਕਰ ਰਹੇ, ਕਿਉਂਕਿ ਸਾਡੇ ਕੋਲ 20-25 ਜਾਣੇ ਇਸ ਤਰ੍ਹਾਂ ਦੇ ਜਿਹੜੇ ਹੈਂਡ ਰੇਸ ਨਹੀਂ ਕਰ ਰਹੇ, ਤਾਂ ਉਹ ਵੀ ਸਾਰੇ ਹੈਂਡ ਰੇਸ ਕਰੋ ਤਾਂ ਕਿ ਪਤਾ ਲੱਗੇ ਕਿ ਸਾਰੇ ਇਕੱਠੇ ਚੱਲ ਰਹੇ ਆ ਇਸ ਦੇ ਵਿੱਚ। ਇਸ ਤੱਕ ਲਿਖ ਲਿਆ ਤਾਂ ਆਪ ਜੀ ਦੱਸੋ ਕਿ ਕੰਪਲੀਟ ਹੋ ਗਿਆ। ਠੀਕ ਹੈ। ਅਗਲਾ ਅੱਖਰ ਹੈ ਯੋਧੇ। ਤਾਂ ਅਸੀਂ ਪੱਪੇ ਦੀ ਮੁਹਾਰ ਨਾਲ 6 ਅੱਖਰ ਸਿੱਖੇ ਸਨ। ਉਸ ਤੋਂ ਇਹ ਅੱਖਰ ਬਣਦਾ ਹੈ ਪੱਪੇ ਵਾਲੀ ਮੁਹਾਰ ਤੋਂ ਯही ਆ। ਫਿਰ ਘੁੰਮੀ ਹੋਈ ਡੰਡੀ। ਫਿਰ ਪੱਪੇ ਦੀ ਮੁਹਾਰ ਤੋਂ ਅਸੀਂ ਧੱਦਾ ਸਿੱਖਿਆ ਸੀ। ਯੋਧੇ। ਹਾਂਜੀ, ਅਸੀਂ ਮੁਹਾਰ ਦੇ ਵਿੱਚ ਸਿੱਖਿਆ ਸੀ ਕਿ ਇਹ ਲਾਈਨ ਗੋਲ ਕਰਨੀ ਹੈ। ਉਹੀ ਦੇਖ ਰਹੀ ਸੀ ਕਿ ਕਿਸੇ ਨੂੰ ਯਾਦ ਆਂਦਾ ਹੈ ਕਿ ਨਹੀਂ ਆਂਦਾ। ਮਤਲਬ ਸਾਨੂੰ ਹਜੇ ਤੱਕ ਬੇਸਿਕ ਮੁਹਾਰਾਂ ਯਾਦ ਨਹੀਂ ਹੋਈਆਂ। ਇੱਥੋਂ ਸਿੱਖਿਆ ਸੀ ਗੋਲ ਘੁਮਾ ਕੇ। ਇਸਦਾ ਰੀਜ਼ਨ ਵੀ ਦੱਸਿਆ ਸੀ ਕਿ ਜਦੋਂ ਅਸੀਂ ਕਲਮ ਨਾਲ ਲਿਖਾਂਗੇ ਇਸ ਤੋਂ ਬਾਅਦ, ਤਾਂ ਸਾਨੂੰ ਦਿਖੇਗਾ ਕਿ ਜਦੋਂ ਅਸੀਂ ਮੋੜਾ ਦੇ ਰਹੇ ਹਾਂ, ਉੱਥੋਂ ਹੋਰ ਸੋਹਣੇ ਅੱਖਰ ਹੋ ਰਹੇ ਹਨ। ਇਸ ਕਰਕੇ ਅਸੀਂ ਇੱਥੋਂ ਘੁਮਾ ਕੇ ਕੀਤਾ ਸੀ। ਮਤਲਬ ਕਿਸੇ ਨੂੰ ਯਾਦ ਨਹੀਂ ਸੀ। ਬੁੱਢੇ ਤੇ ਇਆਣੇ ਝੱਟ ਲਿਖ ਕੇ ਯੋਧੇ। ਇਸ ਤੱਕ ਲਿਖ ਲਿਆ ਤਾਂ ਆਪ ਜੀ हैंड रेस कर दो। ठीक है। योधे दे
चरण, चचा ਅਸੀਂ ਪਹਿਲੀ ਮੁਹਾਰ ਨਾਲ ਸਿੱਖਿਆ ਸੀ ਰਾਰਾ ਨੰਨਾ। ਹਾਂਜੀ ਅਸੀਂ ਇੱਕ ਚੀਜ਼ ਸਿੱਖੀ ਸੀ ਰਾਰੇ ਦੇ ਨਾਲ ਰਿਲੇਟਡ ਹਮੇਸ਼ਾ ਇੱਕ ਚੀਜ਼ ਦੱਸੀ ਦੀ ਹੈ। ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਦੱਸੋ ਕਿ ਉਹ ਕਿਹੜੀ ਚੀਜ਼ ਸਿੱਖੀ ਸੀ ਅਸੀਂ। ਰਾਰੇ ਦੇ ਨਾਲ ਜਦੋਂ ਵੀ ਅਸੀਂ ਰਾਰਾ ਸਿੱਖਿਆ ਅਸੀਂ ਰਾਰੇ ਦੇ ਨਾਲ ਇੱਕ ਚੀਜ਼ ਸਿੱਖੀ ਸੀ ਕਿ ਜਦੋਂ ਅਸੀਂ ਰਾਰਾ ਫਾਰਮ ਕਰੀਏ ਸਾਨੂੰ ਪਤਾ ਲੱਗੇ ਕੋਈ ਪੁਆਇੰਟ ਸੀ ਇਸ ਦੇ ਨਾਲ। ਹਾਂਜੀ ਇੱਕ ਪੁਆਇੰਟ ਆਇਆ ਕਿ ਇਸ ਦੀ ਮੋਰੀ ਵੱਡੀ ਹੁੰਦੀ ਹੈ। ਬਿਲਕੁਲ ਸਹੀ। ਇੱਕ ਚੀਜ਼ ਹੋਰ ਦੱਸੀ ਸੀ ਇਸ ਨੂੰ ਕਿਸੇ ਹੋਰ ਅੱਖਰ ਦੇ ਨਾਲ ਲਿੰਕ ਕਰਕੇ ਦੱਸਿਆ ਸੀ। ਉਸਦਾ ਮੇਨ ਪੁਆਇੰਟ ਇਹੀ ਸੀ ਕਿ ਇਸ ਦੀ ਮੋਰੀ ਵੱਡੀ ਹੋਣੀ ਚਾਹੀਦੀ ਹੈ ਪਰ ਇਸ ਨੂੰ ਕਿਹੜੇ ਅੱਖਰ ਦੇ ਨਾਲ ਅਸੀਂ ਜੋੜਿਆ ਸੀ ਤੇ ਡਿਫਰੈਂਸ਼ੀਏਟ ਕੀਤਾ ਸੀ। ਹਾਂਜੀ ਬਿਲਕੁਲ ਸਹੀ। ਅਸੀਂ ਇਹਨੂੰ ਗੱਗੇ ਨਾਲ ਜੋੜਿਆ ਸੀ। ਅਸੀਂ ਸਿੱਖਿਆ ਸੀ ਜਿਨ੍ਹਾਂ ਨੂੰ ਨਹੀਂ ਯਾਦ ਹੋਣਾ ਵਾਸਤੇ ਕਿ ਜਿਹੜਾ ਰਾਰਾ ਹੈ ਇਸ ਦੀ ਮੋਰੀ ਵੱਡੀ ਹੁੰਦੀ ਹੈ ਜਿਹੜਾ ਗੱਗਾ ਹੈ ਇਸ ਦੀ ਮੋਰੀ ਛੋਟੀ ਹੁੰਦੀ ਹੈ। ਇੱਕ ਚੀਜ਼ ਅਸੀਂ ਹੋਰ ਸਿੱਖੀ ਸੀ ਕੋਈ ਦੱਸ ਸਕਦਾ ਹੈ ਗੱਗਾ ਜਦੋਂ ਦੱਸਿਆ ਸੀ ਇਹ ਤਾਂ ਜਦੋਂ ਰਾਰਾ ਦੱਸਿਆ ਸੀ ਉਦੋਂ ਇਹ ਗੱਲ ਸਿੱਖੀ ਸੀ ਅਸੀਂ ਕਿਉਂਕਿ ਛੋਟੀ ਛੋਟੀ ਗੱਲਾਂ ਬਹੁਤ ਇੰਪੋਰਟੈਂਟ ਨੇ। ਜੋ ਤੁਸੀਂ ਬਾਣੀ ਲਿਖਣੀ ਸ਼ੁਰੂ ਕਰੋਗੇ ਤੁਹਾਨੂੰ ਪਤਾ ਲੱਗੇਗਾ ਕਿ ਸਾਰੇ ਅੱਖਰ ਤੁਹਾਡੇ ਇਕਸਾਰ ਕਿਉਂ ਨਹੀਂ ਆ ਰਹੇ। ਹਰ ਅੱਖਰ ਦੇ ਵਿੱਚ ਤੁਸੀਂ ਕੁਛ ਨਾ ਕੁਛ ਛੱਡਿਆ ਹੋਏਗਾ। ਕਿਸੇ ਵਿੱਚ ਡੰਡੀ ਘੁਮਾਤੀ ਕਿਸੇ ਵਿੱਚ ਸਿੱਧੀ ਕਰ ਲਈ ਫਿਰ ਅਭਿਆਸ ਕਰ ਕਰਕੇ ਉਹ ਸਭ ਸਹੀ ਹੁੰਦਾ। ਹੁਣ ਕੋਈ ਦੱਸ ਸਕਦਾ ਹੈ ਕਿ ਗੱਗੇ ਦੇ ਨਾਲ ਇੱਕ ਅੱਖਰ ਲਿੰਕ ਕੀਤਾ ਸੀ ਤੇ ਗੱਗਾ ਤੇ ਉਸ ਅੱਖਰ ਦੇ ਵਿੱਚ ਫਰਕ ਦੱਸਿਆ ਸੀ। ਕਿਸੇ ਨੇ ਕਿਹਾ ਗੱਗਾ ਤੇ ਮੰਮਾ। ਨਹੀਂ ਤੁਸੀਂ ਨੇੜੇ ਹੋ ਆਸ-ਪਾਸ ਘੁੰਮ ਰਹੇ ਹੋ ਪਰ एग्जैक्ट आंसर नहीं है। किसने किया? हाँ जी संगत जो किसी ने किया सस्सा बिल्कुल सही। ਅਸੀਂ ਗੱਗੇ ਨੂੰ ਲਿੰਕ ਕੀਤਾ ਸੀ ਸੱਸੇ ਦੇ ਨਾਲ। ਅਸੀਂ ਸਿੱਖਿਆ ਸੀ ਕਿ ਜਦੋਂ ਅਸੀਂ ਸੱਸਾ ਬਣਾਉਂਦੇ ਆ ਤਾਂ ਇਸ ਵਿੱਚ ਡਿਫਰੈਂਸ ਜ਼ਿਆਦਾ ਹੁੰਦਾ ਹੈ। ਜਦੋਂ ਗੱਗਾ ਬਣਾਉਂਦੇ ਆ ਇਸ ਵਿੱਚ ਡਿਫਰੈਂਸ ਘੱਟ ਹੁੰਦਾ ਹੈ ਤੇ ਵਿੱਚ ਡੰਡੀ ਨਹੀਂ ਹੁੰਦੀ। ਇਹ ਦੋਨਾਂ ਦੇ ਵਿੱਚ ਅੰਤਰ ਸੀ। ਕੋਈ ਹੋਰ ਦੱਸ ਸਕਦਾ ਕਿ ਅਸੀਂ ਕਿਹੜੇ ਕਿਹੜੇ ਦੋ ਅੱਖਰ ਹੋਰ ਜੋੜੇ ਸਨ ਕਿ ਇਸ ਅੱਖਰ ਦੇ ਨਾਲ ਇਸ ਅੱਖਰ ਦਾ ਲਿੰਕ ਹੈ। ਹਾਂਜੀ ਕਿਸ ਨੇ ਕਿਹਾ ਸੱਸੇ ਦੇ ਨਾਲ ਅਸੀਂ ਯਈਏ ਨੂੰ ਜੋੜਿਆ ਸੀ। ਨਹੀਂ ਸੱਸੇ ਦੇ ਨਾਲ ਯਈਏ ਨੂੰ ਨਹੀਂ ਜੋੜਿਆ ਸੀ ਪਰ ਅਸੀਂ ਜੋੜ ਸਕਦੇ ਹਾਂ। ਮਤਲਬ ਤੁਸੀਂ ਅਗਰ ਸਿੱਖਣਾ ਚਾਹੋ ਤਾਂ ਇਹ ਵੀ ਇੱਕ ਹੈ ਪਰਸਪੈਕਟਿਵ ਦੇਖਣ ਦਾ ਅੱਖਰਾਂ ਨੂੰ ਕਿ ਸੱਸੇ ਤੇ ਯਈਆ ਦੇ ਵਿੱਚ ਫਰਕ। ਸੱਸਾ ਪੱਪੇ ਦੀ ਮੁਹਾਰ ਤੋਂ ਬਣਦਾ ਹੈ ਇਸ ਵਿੱਚ ਐਸਾ ਡੰਡੀ ਘੁੰਮੀ ਹੋਈ ਹੁੰਦੀ ਹੈ ਸਿੱਧੀ ਨਹੀਂ ਹੁੰਦੀ। ਪੱਪੇ ਦੀ ਮੁਹਾਰ ਤੋਂ ਨਹੀਂ ਗੱਗਾ ਤੇ ਯਈਏ ਦਾ ਅਸੀਂ ਨਹੀਂ ਲਿੰਕ ਕੀਤਾ ਸੀ। ਕੱਕੇ ਤੇ ਯਈਏ ਦਾ ਵੀ ਲਿੰਕ ਨਹੀਂ ਕੀਤਾ ਸੀ ਅਸੀਂ। ਹਾਂਜੀ ਕੋਈ ਦੱਸ ਸਕਦਾ ਹੈ ਕਿ ਅਸੀਂ ਹੋਰ ਕਿਹੜੇ ਦੋ ਅੱਖਰਾਂ ਦਾ ਲਿੰਕ ਕੀਤਾ ਸੀ 35 ਅੱਖਰੀ ਦੇ ਵਿੱਚ। ਬੱਬਾ ਤੇ ਥੱਥਾ। ਬੱਬਾ ਤੇ ਥੱਥਾ ਹਾਂਜੀ ਅਸੀਂ ਕੀਤਾ ਸੀਗਾ ਕਿ ਬੱਬੇ ਤੇ ਥੱਥੇ ਵਿੱਚ ਕੀ ਫਰਕ ਹੈ। ਬੱਬਾ ਬਣਿਆ ਸਾਡਾ ਪੱਪੇ ਦੀ ਮੁਹਾਰ ਤੋਂ ਬੱਬਾ ਬਣਿਆ ਸਾਡਾ ਬੱਬੇ ਦੀ ਮੁਹਾਰ ਤੋਂ ਤੇ ਪੱਪਾ ਬਣਿਆ ਸੀ ਉਸਦੀ ਮੁਹਾਰ ਤੋਂ। ਪੱਪੇ ਦੀ ਮੁਹਾਰ ਤੋਂ ਅਸੀਂ ਥੱਥਾ ਬਣਾਇਆ ਸੀ। ਹਾਂਜੀ ਕੋਈ ਹੋਰ ਦੱਸ ਸਕਦਾ ਹੋਰ ਵੀ ਅਸੀਂ ਅੱਖਰ ਲਿੰਕ ਕੀਤੇ ਸਨ। ਹਾਂਜੀ ਇੱਕ ਹੋਰ ਆਇਆ ਟੈਂਕਾ ਤੇ ਈੜੀ ਬਿਲਕੁਲ ਸਹੀ ਇਹਦਾ ਮਤਲਬ ਤੁਸੀਂ ਸਾਰੇ
सुन रहे हो सही तरीके ਨਾਲ। ਟੈਂਕਾ ਤੇ ਫੱਫਾ ਵੀ ਆਇਆ। ਟੈਂਕਾ, ਟੈਂਕੇ ਤੋਂ ਅਸੀਂ ਕਾਫੀ ਅੱਖਰ ਬਣਾਏ ਸਨ। ਇਹ ਅਸੀਂ ਤਾਂ ਕਰ ਰਹੇ ਹਾਂ ਜਦੋਂ ਅਸੀਂ ਬਾਰ-ਬਾਰ ਰਿਵਾਈਜ਼ ਕਰਦੇ ਹਾਂ ਸਾਨੂੰ ਯਾਦ ਹੋਣਾ ਸ਼ੁਰੂ ਹੋ ਜਾਂਦਾ ਹੈ। ਟੈਂਕੇ ਤੋਂ ਅਸੀਂ ਕਿਹੜੇ-ਕਿਹੜੇ ਅੱਖਰ ਸਿੱਖੇ ਸਨ ਆਪ ਵੀ ਦੱਸ ਸਕਦੇ ਹੋ? ਟੈਂਕੇ ਤੋਂ ਅਸੀਂ ਸਿੱਖੀ ਸੀ ਈੜੀ, ਇਹ ਇੱਕ ਆਇਆ ਆਂਸਰ। ਹੋਰ ਅਸੀਂ ਕਿਹੜਾ ਸਿੱਖਿਆ ਸੀ ਟੈਂਕੇ ਤੋਂ? ਹਾਂਜੀ, ਸੰਗਤ ਚੋਂ ਕਿਸੇ ਨੇ ਕਿਹਾ ਦੱਦੇ ਤੋਂ ਸਿੱਖਿਆ ਸੀ ਢੱਡਾ। ਬਿਲਕੁਲ, ਇੱਕ ਹੋਰ ਆਇਆ ਤੱਤਾ। ਥੱਥਾ। ਥੱਥਾ ਤੇ ਖੱਖਾ। ਥੱਥਾ ਤੇ ਖੱਖਾ, ਹਾਂਜੀ ਇਹ ਵੀ ਸਿੱਖਿਆ ਸੀ। ਹੋਰ ਕਿਹੜੇ ਅੱਖਰ ਲਿੰਕ ਕੀਤੇ ਸਨ? ਇਸ ਨਾਲ ਸਾਨੂੰ ਕਨਫਿਊਜ਼ਨ ਨਹੀਂ ਹੋਏਗੀ। ਅਗਰ ਅਸੀਂ ਇਹ ਨੋਟਸ ਬਣਾ ਕੇ ਰੱਖਾਂਗੇ ਸਾਨੂੰ ਕਨਫਿਊਜ਼ਨ ਨਹੀਂ ਹੋਏਗੀ। ਹਾਂਜੀ, ਅਸੀਂ ਸਿੱਖਿਆ ਸੀ ਵਾਵਾ ਤੇ ਨਿੰਨਾ। ਬਿਲਕੁਲ ਸਹੀ। ਟੈਂਕੇ ਤੋਂ ਅਸੀਂ ਹੋਰ ਕਿਹੜੇ ਅੱਖਰ ਸਿੱਖੇ ਸਨ? किसने दसिया? जिसने क्या टैंके तो एक और अक्खर बनता है, प्लीज अपने नाम दे नाल दसना। टैंके तो किसने किया बनता है फफ्फा। होर भी अक्खर बनते सी। होर केड़ा अक्खर बनता सी टैंके तो? हाँ जी, रशमीत ने दसिया, रशमीत कौर ने कि दद्दे तो ढड्डा बनता है। हाँ जी, होर टैंके तो होर कोई अक्खर बनता सी? हाँ जी, एक बच्चे ने दसिया कि दद्दे तो ढड्डा भी बनता है ते जज्जा भी बनता है। ये असीं भुल चुके सी, ये हुण दसिया किसी बच्चे ने। होर हाँ जी, एक होर अक्खर पता लग्या ਚੱਚਾ। ਹੁਣ ਜਦੋਂ ਵੀ ਤੁਹਾਨੂੰ ਜਿਨ੍ਹਾਂ ਨੂੰ ਪੰਜਾਬੀ ਨਹੀਂ ਆਉਂਦੀ ਸਾਡੇ ਚੋਂ ਉਹਨਾਂ ਨੂੰ ਅੱਖਰਾਂ 'ਚ ਕਨਫਿਊਜ਼ਨ ਹੋਏਗੀ, ਉਹ ਦੇਖ ਕੇ ਯਾਦ ਕਰ ਸਕਦੇ ਹਨ ਕਿ ਕਿਹੜੇ ਅੱਖਰ ਤੋਂ ਕਿਹੜਾ ਅੱਖਰ ਫਾਰਮ ਹੁੰਦਾ ਹੈ। ਹਾਂਜੀ, ਦਰਸ਼ਦੀਪ ਕੌਰ ਨੇ ਸਾਨੂੰ ਦੱਸਿਆ ਕਿ ਹਾਹੇ ਤੋਂ ਰਾਰਾ ਬਣਦਾ। ਬਿਲਕੁਲ ਸਹੀ। ਜਦੋਂ ਅਸੀਂ ਇਹਨੂੰ ਜੋੜਤਾ ਤਾਂ ਰਾਰਾ ਬਣ ਗਿਆ। ਰਾਰੇ ਤੋਂ ਤੁਹਾਨੂੰ ਯਾਦ ਆਉਣਾ ਚਾਹੀਦਾ ਗੱਗਾ, ਗੱਗੇ ਤੋਂ ਯਾਦ ਆਉਣਾ ਚਾਹੀਦਾ ਸੱਸਾ। ਹੋਰ ਹੋਰ ਕੋਈ ਅੱਖਰ ਸਿੱਖੇ ਸੀ ਜਿਹੜੇ ਮਿਲਦੇ ਹੋਣ? ਹਾਂਜੀ, ਕੋਮਲਪ੍ਰੀਤ ਕੌਰ ਨੇ ਦੱਸਿਆ ਕਿ ਤੱਤੇ ਤੋਂ बनता है राणा। बिल्कुल सही। तत्ते तो तां होर अक्खर भी बनदे सन, कोई दस सकदा केड़ा? हाँ जी, बिल्कुल सही, ऊड़ा। होर नाम दे नाम दसो। हाँ जी, सब कुछ दर्शदीप कौर ही दसणगे, कोई होर भी दसो। तत्ते तो दस्सिया है डड्डा। पब्बा। बिल्कुल सही, पब्बा। हाँ जी, किसने किया तत्ते तो बनता है पब्बा? नहीं, तत्ते दी मुहार तो ਅਸੀਂ ਚਾਰ ਅੱਖਰ ਹੀ ਸਿੱਖੇ ਸਨ, ਇਹੀ ਚਾਰ। ਇਸ ਤੋਂ ਇਲਾਵਾ ਨਹੀਂ ਸਿੱਖੇ ਸਨ। ਪੱਬਾ ਜਿਹੜਾ ਹੈ ਇਸ ਤੋਂ ਨਹੀਂ ਬਣਦਾ। ਪੱਬੇ ਦੀ ਫਾਰਮੇਸ਼ਨ ਦੇਖੋ ਇਸ ਤਰ੍ਹਾਂ ਹੁੰਦੀ ਹੈ। ਤੱਤੇ ਦੀ ਫਾਰਮੇਸ਼ਨ ਅਸੀਂ ਨੂੰ ਤਿੱਖਾ ਕਰ ਲੈਂਦੇ ਹਾਂ, ਥੱਲੇ ਲੈ ਜਾਂਦੇ ਹਾਂ, ਬਟ ਪੱਬੇ ਵਾਸਤੇ ਅਸੀਂ ਨੂੰ ਇਸ ਤਰ੍ਹਾਂ ਘੁਮਾ ਦਿੰਦੇ ਹਾਂ, ਇਸ ਕਰਕੇ ਤੱਤੇ ਤੋਂ ਨਹੀਂ ਬਣਦਾ ਪੱਬਾ। ਕੋਈ ਗੱਲ ਨਹੀਂ, ਇਹ ਸਭ ਚੀਜ਼ਾਂ ਸਾਨੂੰ ਬਾਅਦ ਚੋਂ ਕਨਫਿਊਜ਼ ਕਰਨਗੀਆਂ, ਹੁਣੇ ਇਸ ਦੀ ਕਲੈਰਿਟੀ ਹੋ ਜਾਏ ਬਹੁਤ ਬੈਟਰ ਹੈ। ਮੰਮਾ ਤੇ ਸੱਸਾ। ਹਾਂਜੀ, ਹੁਣੇ ਸੰਗਤ ਚੋਂ ਕਿਸ ਨੇ ਕਿਹਾ ਮੰਮੇ ਤੋਂ ਬਣਦਾ ਸੱਸਾ। ਬਿਲਕੁਲ ਸਹੀ। ਮੰਮੇ ਤੇ ਸੱਸੇ ਅਸੀਂ ਫਰਕ ਦੇਖਿਆ ਸੀ ਹਰਸਿਮਰਤ ਸਿੰਘ ਨੇ ਦੱਸਿਆ ਜੀ ਸਾਨੂੰ। ਮੰਮੇ ਤੋਂ ਬਣਦਾ ਸੱਸਾ, ਜਦੋਂ ਅਸੀਂ ਉੱਪਰ ਲਾਈਨ ਲਗਾ ਦਈਏ ਤਾਂ ਬਣ ਜਾਂਦਾ ਸੱਸਾ। ਹੋਰ ਘੱਗਾ, ਯਈਏ ਤੋਂ ਘੱਗਾ। ਹਾਂਜੀ, ਕਿਸੇ ਨੇ ਦੱਸਿਆ ਯਈਏ ਤੋਂ ਘੱਗਾ। ਅਸੀਂ ਇਸ ਤਰ੍ਹਾਂ ਨਹੀਂ ਸਿੱਖਿਆ ਸੀ ਕਿ ਯਈਏ ਤੋਂ ਘੱਗਾ। ਪੱਪੇ ਦੀ ਮੁਹਾਰ ਤੋਂ ਅਸੀਂ
ਅੱਗੇ ਐਕਸਟੈਂਡ ਕੀਤਾ ਸੀ ਤਾਂ ਘੱਗਾ ਬਣ ਗਿਆ ਸੀ। ਅਸੀਂ ਸਿੱਖਿਆ ਸੀ ਜਦੋਂ ਅਸੀਂ ਪੱਪੇ ਦੀ ਮੁਹਾਰ ਬਣਾ ਰਹੇ ਸੀ ਤਾਂ ਅਸੀਂ ਇਸ ਤੋਂ ਹੀ ਘੱਗਾ ਬਣਾਤਾ ਸੀ। हाँ जी, किसने क्या राणे तो पप्पा बनदा है बब्बा ਬੱਬਾ ਨਹੀਂ ਅਸੀਂ ਇਸ ਮੁਹਾਰ ਤੋਂ 2 ਅੱਖਰ ਸਿੱਖੇ ਸਨ ਇਹ ਬਿਲਕੁਲ ਸਹੀ ਹੈ ਪਰ ਅਸੀਂ ਕਹੀਏ ਕਿ ਉਸ ਤੋਂ ਬੰਦਾ ਉਹ ਨਹੀਂ ਸਹੀ ਕਿ ਬੱਬੇ ਤੋਂ ਰਾਣਾ ਬੰਦਾ ਇਹ ਨਹੀਂ ਸਹੀ ਅਸੀਂ ਇਸ ਤੋਂ 2 ਅੱਖਰ ਜ਼ਰੂਰ ਸਿੱਖੇ ਸਨ ਅਸੀਂ ਕਦੋਂ ਕਹਿ ਸਕਦੇ ਹਾਂ ਕਿ ਇੱਥੋਂ ਇਹ ਅੱਖਰ ਬੰਦਾ ਜਦੋਂ ਦੇਖੋ ਸਿੰਪਲ ਅਸੀਂ ਇਹਨੂੰ ਤੋਂ ਘੁਮਾਤਾ ਤੇ ਢੱਡਾ ਬਣ ਗਿਆ ਇਹਦਾ ਮਤਲਬ ਦੱਦੇ ਤੋਂ ਹੀ ਢੱਡਾ ਬਣਿਆ ਖੱਖੇ ਦੇ ਉੱਪਰ ਲਾਈਨ ਲਗਾਤੀ ਥੱਥਾ ਬਣ ਗਿਆ ਅਸੀਂ ਕਹਿ ਸਕਦੇ ਹਾਂ ਕਿ ਹਾਂਜੀ ਖੱਖੇ ਤੋਂ ਹੀ ਥੱਥਾ ਬਣਦਾ ਤੁਸੀਂ ਆਪਣੇ ਆਪ ਹੀ ਇਵੋਲਵ ਕਰ ਸਕਦੇ ਹੋ ਫਿਰ ਤੱਤੇ ਨੂੰ ਜਦੋਂ ਘੁਮਾ ਦਿੱਤਾ ਤਾਂ ਡੱਡਾ ਬਣ ਗਿਆ ਹੋਰ ਘੁਮਾਤਾ ਥੱਲੇ ਵੱਲ ਨੂੰ ਤਾਂ ਰਾੜਾ ਬਣ ਗਿਆ ਤੱਤੇ ਨੂੰ ਉੱਥੋਂ ਉੱਪਰ ਲੈ ਗਏ ਤਾਂ ਊੜਾ ਬਣ ਗਿਆ ਦਾ ਮਤਲਬ ਹੈ ਤੱਤੇ ਤੋਂ ਹੀ ਅੱਖਰ ਅਸੀਂ ਬਣਾ ਸਕਦੇ ਹਾਂ ਅਗਰ ਸਾਨੂੰ ਤੱਤਾ ਯਾਦ ਹੈ ਤਾਂ ਅਸੀਂ ਇਹ ਅੱਖਰ ਵੀ ਬਣਾ ਸਕਦੇ ਹਾਂ ਤਾਂ ਅਸੀਂ ਕਹਿ ਸਕਦੇ ਹਾਂ ਕਿ ਤੱਤੇ ਤੋਂ ਇਹ ਅੱਖਰ ਬਣਦੇ ਹਨ ਪਰ ਅਸੀਂ ਏਦਾਂ ਨਹੀਂ ਕਹਿ ਸਕਦੇ ਕਿ ਬੱਬੇ ਤੋਂ ਰਾਣਾ ਬਣਦਾ ਹੋਰ ਸਿੱਖੇ ਸਨ ਅਸੀਂ ਹੋਰ ਕੋਈ ਅੱਖਰ जी दद्दा तथा ਹਾਂਜੀ ਕਿਸ ਨੇ ਦੱਸਿਆ ਬੱਬਾ ਧੱਦਾ ਥੱਥਾ ਇਹ ਇੱਥੋਂ ਫਾਰਮ ਹੋਣ ਵਾਲੇ ਅੱਖਰ ਸਨ ਜਦੋਂ ਅਸੀਂ ਪੱਪੇ ਉੱਪਰ ਡੰਡੀ ਲਾਤੀ ਤਾਂ ਬਣ ਗਿਆ ਧੱਦਾ ਜਦੋਂ ਅਸੀਂ ਪੱਪੇ ਦੇ ਵਿੱਚ ਲਾਈਨ ਲਗਾ ਦਿੱਤੀ ਤਾਂ ਬਣ ਗਿਆ ਖੱਖਾ ਜਦੋਂ ਅਸੀਂ ਧੱਦੇ ਦੇ ਵਿੱਚ ਲਾਈਨ ਲਗਾ ਦਿੱਤੀ ਤਾਂ ਬਣ ਗਿਆ ਥੱਥਾ टैंके तो दद्दा ਹਾਂਜੀ ਕਿਸਨੇ ਕਿਹਾ ਟੈਂਕੇ ਤੋਂ ਬੰਦਾ ਹੈ ਦੱਦਾ ਨਹੀਂ ਟੈਂਕੇ ਤੋਂ ਦੱਦਾ ਕਿਸ ਤਰ੍ਹਾਂ ਬਣ ਸਕਦਾ ਹੈ ਇਹ ਤਾਂ ਥੱਲੇ ਨੂੰ ਜਾ ਰਿਹਾ ਹੈ ਦੱਦੇ ਦੇ ਵਿੱਚ ਅਸੀਂ ਇਹਨੂੰ ਸਟ੍ਰੇਟ ਥੱਲੇ ਵੱਲ ਨੂੰ ਲੈ ਕੇ ਆਉਂਦੇ ਹਾਂ ਪਹਿਲੀ ਮੁਹਾਰ ਦੇ ਵਿੱਚ ਅਸੀਂ ਸਿੱਖਿਆ ਸੀਗਾ ਕਿ ਟੈਂਕਾ ਵੀ ਪਹਿਲੀ ਮੁਹਾਰ ਦੇ ਨਾਲ ਹੀ ਬਣ ਜਾਂਦਾ ਹੈ ਤੇ ਦੱਦਾ ਵੀ ਪਹਿਲੀ ਮੁਹਾਰ ਦੇ ਨਾਲ ਹੀ ਬਣ ਜਾਂਦਾ ਹੈ ਪਰ ਟੈਂਕੇ ਤੋਂ ਦੱਦਾ ਨਹੀਂ ਬਣਦਾ किसी ने क्या कक्के तो चज्जा ਹਾਂਜੀ ਕਿਸੇ ਨੇ ਕਿਹਾ ਕੱਕੇ ਤੋਂ ਝੱਜਾ ਠੀਕ ਹੈ ਅਸੀਂ ਇਹਨੂੰ ਵੀ ਦੇਖ ਲੈਂਦੇ ਇੱਕ ਵਾਰੀ ਜਦੋਂ ਅਸੀਂ ਕੱਕਾ ਬਣਾਉਂਦੇ ਆ ਸਾਡੇ ਦਿਮਾਗ 'ਚ ਆਉਣਾ ਚਾਹੀਦਾ ਜਿੱਥੇ ਜਿੱਥੇ ਕੱਕੇ ਦੀ ਫਾਰਮੇਸ਼ਨ ਹੁੰਦੀ ਹੈ ਇੱਕ ਤਾਂ ਫਾਰਮੇਸ਼ਨ ਹੁੰਦੀ ਹੈ ਜੀ ਝੱਜੇ ਦੇ ਵਿੱਚ ਬਿਲਕੁਲ ਸਹੀ ਪਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਕੱਕੇ ਤੋਂ ਬਣਿਆ ਹਾਂਜੀ ਪਰ ਇਹ ਕਹਿ ਸਕਦੇ ਹਾਂ ਕਿ ਕੱਕੇ ਤੋਂ ਸਾਨੂੰ ਝੱਜਾ ਯਾਦ ਆਉਣਾ ਚਾਹੀਦਾ ਹੋਰ ਠੀਕ ਹੈ ਇਹ ਸਾਡੇ ਕੁਝ ਬੇਸਿਕਸ ਸੀਗੇ ਜੋ ਸਾਨੂੰ ਰਿਵਾਈਜ਼ ਕਰਨੇ ਸੀ ਤਾਂ ਕਿ ਜਦੋਂ ਅਸੀਂ ਅੱਖਰ ਬਣਾਈਏ ਅਸੀਂ ਪੰਜਾਬੀ ਸੁਣੀਏ ਸਾਨੂੰ ਇਹਨਾਂ ਅੱਖਰਾਂ ਦੇ ਵਿੱਚ ਕਨਫਿਊਜ਼ਨ ਨਾ ਹੋਏ ਅਸੀਂ ਹੁਣ ਤੱਕ ਸਿੱਖਿਆ ਹਾਂਜੀ ਕਿਸੇ ਨੇ ਕਿਹਾ ਈੜੀ ਤੋਂ ਵਾਵਾ ਬੰਦਾ ਨਹੀਂ ਪਹਿਲੀ ਮੁਹਾਰ ਤੋਂ ਈੜੀ ਵੀ ਬਣਦੀ ਹੈ ਪਹਿਲੀ ਮੁਹਾਰ ਤੋਂ ਵਾਵਾ ਵੀ ਬਣਦਾ ਹੈ ਈੜੀ ਵਾਸਤੇ ਦੇਖੋ ਅਸੀਂ ਥੱਲੇ ਲੈ ਕੇ ਗਏ ਤੇ ਏਦਾਂ ਇਹਨੂੰ ਮੋੜ ਲਿਆ ਈੜੀ ਬਣ ਗਈ ਪਰ ਜਦੋਂ ਅਸੀਂ ਇਹਨੂੰ ਉੱਪਰ ਹੀ ਰੋਕ ਲਿਆ ਤੇ ਡਬਲ ਹਾਫ ਸਰਕਲਸ ਹੋਰ ਬਣਾ ਲਏ ਤਾਂ ਫਿਰ ਬਣਿਆ ਵਾਵਾ ਇਸ ਕਰਕੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਈੜੀ ਤੋਂ ਵਾਵਾ ਬਣਿਆ ਪਹਿਲੀ ਮੁਹਾਰ ਤੋਂ ਇਹ ਦੋਨੋਂ ਅੱਖਰ ਬਣੇ ਹਾਂਜੀ ਇੱਕ ਬਹੁਤ ਵਧੀਆ ਚੀਜ਼ ਜਿਹੜੀ ਹੁਣ ਤੱਕ ਦਰਸ਼ਦੀਪ ਕੌਰ ਨੇ ਹੀ ਦੱਸਿਆ ਔਰ ਦਰਸ਼ਦੀਪ ਕੌਰ ਅੱਛਾ ਅਸੀਂ ਇੱਕ ਤਾਂ ਹੈ ਕਿ ਨੰਨੇ ਤੋਂ ਠੱਠੇ ਤੋਂ ਨੰਨਾ ਬਣਿਆ ਕਈ ਬੱਚੇ ਨਹੀਂ ਆਲਮੋਸਟ ਸਾਰੇ ਹੀ ਬੱਚੇ ਇੱਕ ਦੋ ਜਣਾਂ ਨੂੰ ਥੋੜੀ ਦਿੱਕਤ ਆ ਰਹੀ ਸੀ ਬਾਕੀ ਸਾਰੇ ਹੀ ਬੱਚੇ ਬਹੁਤ ਹੀ ਪਿਆਰਾ ਲਿਖ ਰਹੇ ਹਨ ਇਸ ਕਰਕੇ ਕੱਲ ਇੱਕ ਫੁਰਨਾ ਆਇਆ ਸੀ ਮਨ ਦੇ ਵਿੱਚ ਕਿ ਆਪ ਜੀ ਆਪਣੀ ਬਾਣੀ ਲਿਖਦਿਆਂ ਦੀ ਆਲਮੋਸਟ 5 ਤੋਂ 7 ਮਿੰਟ ਦੀ ਵੀਡੀਓ ਬਣਾ ਕੇ ਭੇਜਣਾ ਉਹਨੂੰ ਅਸੀਂ
ਗੁਰਬਾਣੀ ਬਣੀਆ ਜਿਹੜਾ ਚੈਨਲ ਹੈ ਉਸ ਤੇ ਅਪਲੋਡ ਕਰਾਂਗੇ ਸੋਸ਼ਲ ਮੀਡੀਆ ਤੇ ਵੀ, ਤਾਂ ਕਿ ਜਿਹੜੇ ਹੋਰ ਬੱਚੇ ਨੇ ਉਹਨਾਂ ਨੂੰ ਵੀ ਲਿਖਣ ਦਾ ਹੋਰ ਚਾਓ ਉਮਾਓ ਹੋਏ, ਪਾਤਸ਼ਾਹ ਹੋਰ ਚਾਓ ਉਮਾਓ ਬਖਸ਼ਣ। ਆਪ ਜੀ ਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਕਿਸੇ ਇੱਥੋਂ ਸਿੰਘ ਨੇ ਸਿੱਖਿਆ ਬਾਣੀ ਲਿਖਣਾ ਤੇ ਆਪਣੇ ਨਾਲ ਹੀ ਕੁਝ ਗਰੀਬ ਬੱਚਿਆਂ ਨੂੰ ਬਿਠਾ ਕੇ ਅੱਗੇ ਫਿਰ ਉਹਨਾਂ ਨੂੰ ਵੀ ਸਿਖਾਇਆ, ਤੇ ਉਹਨਾਂ ਨੂੰ ਵੀ ਚਾਅ ਚੜ੍ਹਨਾ ਚਾਹੀਦਾ ਤੇ ਉਹਨਾਂ ਦੀ ਵੀ ਜ਼ਰੂਰ ਲਿਖਣ ਦੀ ਜਿਹੜੀ ਵੀਡੀਓ ਹੈ ਉਹ ਵੀ ਅਸੀਂ ਪਾਵਾਂਗੇ ਚੈਨਲ ਤੇ ਮੈਂ ਇਸ ਦੀ ਪ੍ਰੋਪਰ ਆਪਣੀ ਇੱਕ ਵੀਡੀਓ ਬਣਾ ਕੇ ਆਪ ਜੀ ਨੂੰ ਦਊਂਗੀ, ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਹਾਂ ਇਸ ਤਰੀਕੇ ਨਾਲ ਬਣਾਉਣੀ ਹੈ। ਆਪਣਾ ਨਾਮ ਦੱਸਣਾ ਹੈ, ਆਪਣੇ ਸ਼ਹਿਰ ਦਾ ਨਾਮ ਦੱਸ ਦਿਓ ਤੇ ਆਪਣੀ ਉਮਰ ਦੱਸ ਦਿਓ, ਤੇ ਉਸ ਤੋਂ ਬਾਅਦ ਆਪਣੀ ਲਿਖਦਿਆਂ ਦੀ ਵੀਡੀਓ ਬਣਾ ਕੇ ਸਾਨੂੰ ਭੇਜਣੀ ਹੈ, ਤਾਂ ਕਿ ਬਾਕੀਆਂ ਨੂੰ ਵੀ ਹੋਰ ਪ੍ਰੇਰਨਾ ਮਿਲੇ। ਆਪ ਜੀ ਇਸ ਨੰਬਰ ਤੇ ਭੇਜ ਸਕਦੇ ਹੋ। ਬਾਣੀ ਲਿਖਦਿਆਂ ਦੀ ਵੀਡੀਓ ਬਣਾ ਕੇ ਭੇਜਣੀ। ਕਿਸੇ ਨੇ ਪੁੱਛਿਆ ਕਿਸ ਚੀਜ਼ ਦੀ ਵੀਡੀਓ? ਬਾਣੀ ਲਿਖਦਿਆਂ ਦੀ। ਤੁਸੀਂ ਕੋਈ ਵੀ ਤੁਹਾਡਾ ਜੋ ਤੁਹਾਡੇ ਦਿਲ ਦੇ ਕੋਲ ਸ਼ਬਦ ਹੈ ਤੁਹਾਨੂੰ ਯਾਦ ਹੋਵੇ, ਜੇ ਨਹੀਂ ਯਾਦ ਤੁਸੀਂ ਦੇਖ ਕੇ ਵੀ ਲਿਖ ਸਕਦੇ ਹੋ, ਤੇ ਇਸ ਨਾਲ ਤੁਹਾਨੂੰ ਬਾਣੀ ਕੰਠ ਵੀ ਹੋਣੀ ਸ਼ੁਰੂ ਹੋ ਜਾਏਗੀ। ਸਾਨੂੰ ਐਗਜ਼ਾਮਪਲ ਮਿਲਦੀ ਹੈ ਇਤਿਹਾਸ ਚੋਂ ਭਾਈ ਗੋਪਾਲਾ ਜੀ ਦੀ, ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਬਾਣੀ ਸੁਣਾਈ ਸੀ। ਆਪ ਜੀ ਨੂੰ ਅਗਰ ਪਤਾ ਹੋਵੇ ਸਾਖੀ ਬਾਰੇ, ਤੇ ਗੁਰੂ ਸਾਹਿਬ ਉਹਨਾਂ ਤੋਂ ਬਹੁਤ ਖੁਸ਼ ਹੋਏ ਸਨ। ਅਸੀਂ ਵੀ ਪਾਤਸ਼ਾਹ ਦੀ ਖੁਸ਼ੀਆਂ ਲੈਣੀਆਂ, ਤੇ ਇਸ ਕਰਕੇ ਇਹ ਸਾਡੇ ਛੋਟੇ ਛੋਟੇ ਪ੍ਰਯਾਸ ਹੋਣੇ ਚਾਹੀਦੇ ਹੈ। ਸਾਡੇ ਹਰ ਕੰਮ ਦੇ ਵਿੱਚ ਇਹ ਝਲਕਣਾ ਚਾਹੀਦਾ ਹੈ ਕਿ ਅਸੀਂ ਉਹੀ ਕੰਮ ਕਰਨਾ ਹੈ ਜੋ ਗੁਰੂ ਸਾਹਿਬ ਨੂੰ ਪਸੰਦ ਹੋਏ। ਹਾਂਜੀ, ਅੱਜ ਦੀ ਅਸੀਂ ਕਲਾਸ ਦੀ ਸਮਾਪਤੀ ਕਰਦੇ ਹਾਂ। ਆਪ ਜੀ ਜ਼ਰੂਰ ਮੈਨੂੰ ਆਪਣੀ ਵੀਡੀਓ ਬਣਾ ਕੇ ਭੇਜਣਾ, ਤੇ ਅਸੀਂ ਜ਼ਰੂਰ ਉਹਨੂੰ ਸਾਰੇ ਬੱਚਿਆਂ ਨੂੰ, ਜਿਹੜੇ ਲਿਖਣਾ ਚਾਹੁੰਦੇ ਹੈ, ਜਿਹੜੇ ਨਹੀਂ ਲਿਖਣਾ ਚਾਹੁੰਦੇ, ਜਿਨ੍ਹਾਂ ਦਾ ਹਜੇ ਇਸ ਪਾਸੇ ਇੰਟਰਸਟ ਹੈ ਨਹੀਂ ਹੈ, ਸਭ ਨੂੰ ਤਾਂ ਕਿ ਪਤਾ ਲੱਗੇ ਕਿ ਬਾਣੀ ਅਗਰ ਤੁਹਾਡੇ ਵਰਗੇ ਬੱਚੇ ਲਿਖ ਸਕਦੇ ਹਨ ਛੋਟੇ ਛੋਟੇ, ਤੁਸੀਂ ਤਾਂ ਸਾਹਿਬਜ਼ਾਦੇ ਦੇ ਵੀਰ ਭੈਣ ਹੋ, ਤੇ ਅਗਰ ਤੁਸੀਂ ਲਿਖ ਸਕਦੇ ਹੋ ਤਾਂ ਉਹ ਵੀ ਲਿਖ ਸਕਦੇ ਆ। ਠੀਕ ਹੈ, ਤੁਸੀਂ ਇਸਦਾ ਸਕਰੀਨਸ਼ਾਟ ਲੈ ਸਕਦੇ ਹੋ। ਇਸ ਦੇ ਅੱਗੇ ਦੀ ਜਿਹੜੀ ਲਾਈਨ ਹੈ, ਇੱਕ ਲਾਈਨ ਰਹਿ ਗਈ ਹੈ, ਉਹ ਅਸੀਂ ਕੱਲ ਕੰਪਲੀਟ ਕਰਾਂਗੇ। ਹਾਂਜੀ, ਕਿਸੇ ਨੇ ਸਵਾਲ ਪੁੱਛਿਆ ਪੰਜਾਬੀ ਚ ਲਿਖਣਾ। ਬਿਲਕੁਲ, ਅਗਰ ਗੁਰੂ ਸਾਹਿਬ ਨੇ ਪੰਜਾਬੀ ਚ ਲਿਖਿਆ, ਗੁਰੂ ਸਾਹਿਬ ਨੇ ਗੁਰਮੁਖੀ ਚ ਲਿਖਿਆ, ਤਾਂ ਅਸੀਂ ਵੀ ਤਾਂ ਉਹਨਾਂ ਦੇ ਬੱਚੇ ਹਾਂ, ਅਸੀਂ ਵੀ ਉਸੇ ਤਰੀਕੇ ਨਾਲ ਲਿਖਾਂਗੇ। ਅੱਜ ਹੀ ਸਕਰੀਨਸ਼ਾਟ ਲੈ ਲਓ ਤੇ ਫਿਰ ਅਸੀਂ ਕਲਾਸ ਦੀ ਜਮਾਤ ਦੀ ਇਸ ਦੀ ਸਮਾਪਤੀ ਕਰਦੇ ਹਾਂ। ਹਾਂਜੀ, ਇੱਕ ਸਵਾਲ ਆਇਆ ਲਿਖ ਕੇ ਦਾ ਮਤਲਬ। ਇਹ ਆਪ ਜੀ ਆਪਣਾ ਹੋਮਵਰਕ ਸਮਝ ਲਓ। ਕੱਲ ਜਦੋਂ ਅਸੀਂ ਇਹ ਲਾਈਨ ਕੰਪਲੀਟ ਕਰਾਂਗੇ, ਤੁਹਾਨੂੰ ਆਪਣੇ ਆਪ ਹੀ ਇਸਦਾ ਮਤਲਬ ਸਮਝ ਆ ਜਾਏਗਾ। ਤੁਹਾਡੇ ਵਾਸਤੇ ਵੀ ਤਾਂ ਹੋਮਵਰਕ ਹੋਣਾ ਚਾਹੀਦਾ। ਅਗਰ ਹਰ ਅੱਖਰ ਦਾ ਮਤਲਬ ਨਾਲ ਹੀ ਪਤਾ ਲੱਗ ਗਿਆ, ਫਿਰ ਅਸੀਂ ਖੁਦ ਕਦੋਂ ਖੋਜਾਂਗੇ ਹਰ ਅੱਖਰ ਨੂੰ? ਨਹੀਂ ਤਾਂ ਕੱਲ ਤਾਂ ਫਿਰ ਦੱਸ ਹੀ ਦੇਵਾਂਗੀ। ਅੱਜ ਤਾਂ ਤੁਸੀਂ ਆਪਣਾ ਇਹ ਵੀ ਹੋਮਵਰਕ ਲਿਖੋ ਕਿ ਤੁਸੀਂ ਲਿਖ ਕੇ ਦਾ ਮਤਲਬ ਮੈਨੂੰ ਦੱਸਣਾ ਹੈ ਕਿ ਕੀ ਹੁੰਦਾ, ਸਮਝਾਣਾ ਇਸ ਤਰੀਕੇ ਨਾਲ ਕਿ ਮੈਨੂੰ ਪਤਾ ਹੀ ਨਹੀਂ ਹੈ ਕੀ ਹੈ। ਤੁਸੀਂ ਆਪ ਇਸਦਾ ਮਤਲਬ ਲੱਭਣਾ, ਨਹੀਂ ਤਾਂ ਫਿਰ ਕੱਲ ਅਸੀਂ ਜ਼ਰੂਰ ਦੱਸਾਂਗੇ ਇਸਦਾ ਮਤਲਬ। ਠੀਕ ਹੈ ਜੀ, ਹੁਣ ਅਸੀਂ ਸਮਾਪਤੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਮਾਫ ਕਰ ਦੇਣਾ ਜੇ ਕੋਈ ਗਲਤ ਬੋਲਿਆ ਗਿਆ ਹੋਵੇ ਤਾਂ ਮਾਫ ਕਰ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
मैसेज कर रहे हैं हर्षदीप को अनम्यूट करो, अनम्यूट करो, अनम्यूट करो। का कोई अनाउंसमेंट नहीं होगा।